ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਿਹਨਿਆਰ ਬਰਨ ਜਾਤ ਹਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਏਕ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪਾਤੀ ਤੋਰਾ ਮਾਲ ਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੋਲੀ ਮਾਲ ਨੀ ਹੈ ਏਓ ਸਤਿਗੁਰ ਜਾਗਤਾ ਹੈ ਦਿਓ ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ ਤੀਨ ਦੇਵ ਪਰਤਖ ਤੋਰਹਿ ਕਰਹਿ ਕਿਸ ਕੀ ਸੇਓ ਪਾਖਾਣ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੇ ਇਹੋ ਮੂਰਤ ਸਾਚੀ ਹੈ ਤਉ ਗੜਨ ਹਾਰੈ ਖਾਓ ਪਾਤ ਪਹਿ ਤਿਆਰ ਲਾਪਸੀ ਕਰ ਕਰਾ ਕਾ ਸਾਰ ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ ਕਹੈ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਕਹੈ ਕਬੀਰ ਹਮ ਰਾਮ ਰਾਖੇ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਕਿਰਪਾ ਕਰ ਹਰ ਰਾਏ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਜ
ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕਟਿਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੇਵਕ ਸੇਵ ਕਰਹਿ ਸਭ ਤੇਰੀ। ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ। ਜਿਨ ਵਿੱਚ ਹੋ ਆਪ ਗਵਾਇਆ। ਸੇਵਕ ਸੇਵ ਕਰਹਿ ਸਭ ਤੇਰੀ। ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ। ਜਿਨ ਵਿੱਚ ਹੋ ਆਪ ਗਵਾਇਆ। ਅਨ ਦਿਨ ਗੁਣ ਗਾਵਹਿ ਨਿਤ ਸਾਚੇ। ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ। ਏਕੋ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ। ਰਹਾਉ ਜਾਗਤ ਰਹੇ ਤਿਨਿ ਪ੍ਰਭ ਪਾਇਆ। ਸ਼ਬਦੇ ਹਉ ਮੈਂ ਮਾਰੇ। ਗਿਰਹਿ ਮਹਿ ਸਦਾ ਹਰ ਜਨ ਉਦਾਸੀ। ਗਿਆਨ ਤਤ ਵਿਚਾਰੇ। ਸਤਿਗੁਰ ਸੇਵ ਸਦਾ ਸੁਖ ਪਾਇਆ। ਹਰ ਰਾਖਿਆ ਉਰ ਧਾਰੇ। ਇਹੋ ਮਨੁਆ ਦਹਿ ਦਿਸ ਤਾਵਦਾ। ਦੂਜੈ ਪਾਏ ਖੁਆਇਆ। ਮਨ ਮੁਖ ਮੁਗਧ ਹਰ ਨਾਮ ਨਾ ਚੇਤੈ। ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾ ਨਾਉ ਪਾਏ। ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵਹਿ। ਗੁਰ ਕੈ ਸ਼ਬਦ ਵਿਚਾਰੇ। ਆਪੇ ਮੇਲ ਲਏ ਪ੍ਰਭ ਸਾਚੈ। ਸਾਚ ਰਖਿਆ ਉਰ ਧਾਰੇ। ਨਾਨਕ ਨਾਵਹੁ ਗਤ ਮਤ ਪਾਈ। ਇਹ ਰਾਸ ਹਮਾਰੇ। ਹਰ ਜਨ ਸਾਚੇ ਸਾਚ ਕਮਾਵਹਿ।
ਗੁਰ ਕੈ ਸ਼ਬਦ ਵਿਚਾਰੇ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੇ ਨਾਨਕ ਨਾਵਹੁ ਗਤ ਮਤ ਪਾਏ ਇਹ ਰਾਸ ਹਮਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ, ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੋ ਰਜਾਈ। परम सन्मान योग सत्कार योग गुरु की साजी और रिवाजी हुई। गुरु का खास रूप गुरु खालसा साध संगत जियो धनता दे पात्र हो। जुगो जुग अटल सतगुरु श्री गुरु ग्रंथ साहिब जी महाराज जी दी पवित्र पावन हजूरी च अमृत वेले दे सजे दीवाना च हाजरियां भर के जगत गुरु श्री गुरु तेग बहादुर साहिब नौवें पातशाह दे पवित्र पावन इतिहासक स्थान ते नतमस्तक हो के सतगुरां दीयां खुशियां मान रहे हो, गुरु की कृपा प्राप्त कर रहे हो। अमृतमयी तुर की बाणी अकाली बाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो आप जी ने सरवण कीते हैं। श्री मुखवाक हुक्मनामा जो सतगुरां ने अमृत वेले बख्शिश किया है, आओ कुछ समय लई तीसरे गुरुदेव भले अमरदास गुण तेरे तेरी उपमा तोहे बाने आवै। गरीब नवाज साहब सच्चे पातशाह वर्गा कोई नहीं, उन्हां दी उपमा उन्हां नूं ही बन आउंदी है। ऐसे दीन दयाल सतगुरु गुरु अमरदास साहब दे पवित्र चरनां विच ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓੰਕਾਰ सतगुर प्रसाद। सोरठ राग है, राग माला अनुसार ये रागणी है, पर सतगुरां ने राग वजों वरत्या। तीजे पातशाह धन गुरु अमरदास जी महाराज जी का उच्चारण किया पवित्र शब्द है। पहले घर सुर ताल विच गायन करने का हुक्म है। मंगलाचरण करते ने एक ये वस्तु निर्देश मंगल है। मंगलाचरण दे कुछ प्रकार दसे जाते हैं। आशीर्वादक मंगलाचरण है, नमस्कारात्मक मंगलाचरण है, आत्म मंगल है। उस तरह एक मंगलाचरण है वस्तु निर्देश मंगलाचरण, जिहदे च परमेश्वर की विशेषता बयान की जाए, विषय वस्तु का वर्णन किया जाए, उन्होंने वस्तु निर्देश मंगलाचरण कहते हैं। तो वस्तु निर्देश मंगलाचरण करदे कहते वाहिगुरु एक अद्विती है। उसे एक ने फुरना कीता एक मेवाए प्रजायती बहु श्यामा। जदों ने फुरना कीता कि मैं बहु रूप होवां तां शब्द उचारिया ओंकार, तां उसे ओंकार तो सब कुछ पैदा हो गया। धन गुरु नानक साहब जी महाराज जी ने ओंकारेश्वर तीर्थ के किनारे बह के पावन बाणी रामकली राग विच उच्चारण की। उस बाणी का नाम है दखणी ओंकार। पुरातन गुरसिख इस पवित्र पावन बाणी का नितनेम करया करते सन।
ਜਗਤ ਗੁਰੂ ਬਾਬਾ ਜੀ ਨੇ ਓੰਕਾਰ ਦੀ ਵਿਆਖਿਆ ਉਹਦੇ ਚ ਕਰਦਿਆਂ ਕਿਹਾ, ਓੰਕਾਰ ਬ੍ਰਹਮਾ ਓਤਪਾਤ, ਓੰਕਾਰ ਕੀਆ ਜਨ ਚੇਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਓੰਕਾਰ ਤੋਂ ਹੀ ਸਭ ਕੁਝ ਬਣਿਆ, ਓੰਕਾਰ ਨੇ ਸਾਰਾ ਪਸਾਰਾ ਪਸਾਰਿਆ। ਤੋ ਇਹ ਉਹਦਾ ਫੁਰਨਾ ਹੈ, ਇੱਕ ਤੋਂ ਬਹੁ ਰੂਪ ਹੋਵਾਂ। ਓੰਕਾਰ ਉਚਾਰਿਆ ਤਾਂ ਸਾਰਾ ਜਗਤ ਸਾਰੀ ਸ੍ਰਿਸ਼ਟੀ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਪ੍ਰਮਾਤਮਾ ਨੇ ਜਿਹੜਾ ਸਭ ਤੋਂ ਪਹਿਲਾਂ ਬੋਲ ਬੋਲਿਆ ਆਪਣੀ ਰਸਨਾ ਤੋਂ, ਕਵਾਓ ਕਹਿੰਦੇ ਨੇ ਬੋਲਣ ਨੂੰ। ਇੱਕੋ ਬੋਲ ਤੋਂ ਲੱਖਾਂ ਦਰਿਆ ਪੈਦਾ ਕੀਤੇ ਹਨ। ਤਾਂ ਜਿਹੜਾ ਸਭ ਤੋਂ ਪਹਿਲਾ ਬੋਲ ਅਕਾਲ ਪੁਰਖ ਨੇ ਆਪਣੇ ਮੁਖੋਂ ਉਚਾਰਿਆ, ਉਹ ਬੋਲ ਸੀ ਇੱਕ ਓੰਕਾਰ। ਜਗਤ ਗੁਰੂ ਬਾਬਾ ਜੀ ਉਸੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ। ਇਸ ਕਰਕੇ ਗੁਰਦੇਵ ਨੇ ਵੀ ਇਹ ਸ਼ਬਦ ਆਪਣੀ ਰਸਨਾ ਤੋਂ ਉਚਾਰਿਆ, ਇੱਕ ਓੰਕਾਰ, ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਭ ਦੀ ਪਾਲਣਾ ਕਰਨ ਵਾਲਾ ਹੈ ਔਰ ਸਭ ਦਾ ਸੰਹਾਰ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ ਸਤ, ਤਰਈ ਕਾਲ ਸਤ। ਪਹਿਲਾਂ ਵੀ ਸਤ ਸੀ, ਹੁਣ ਵੀ ਸਤ ਹੈ, ਅੱਗੇ ਨੂੰ ਵੀ ਸਤ ਹੈ। ਗੁਰ ਚੇਤਨ ਸਵਰੂਪ ਹੈ, ਉਹ ਸੁਣਦਾ ਵੀ ਹੈ ਤੇ ਵੇਖਦਾ ਤੇ ਬੋਲਦਾ ਵੀ ਹੈ। ਸਾਡਾ ਸਾਹਿਬ ਗੂੰਗਾ ਨਹੀਂ ਹੈ, ਸਾਡਾ ਸਾਹਿਬ ਬੋਲਾ ਨਹੀਂ ਹੈ। ਸਾਹਿਬ ਜੀ ਬੋਲਦੇ ਵੀ ਨੇ, ਸੁਣਦੇ ਵੀ ਨੇ। ਇਸ ਕਰਕੇ ਉਹਨੂੰ ਕਹਿੰਦੇ ਨੇ ਗੁਰ ਚੇਤਨ ਸਵਰੂਪ ਹੈ, ਜੜ ਨਹੀਂ ਹੈ। ਗੁਰ ਦਾ ਅਰਥ ਕਰਾਂਗੇ ਚੇਤਨ, ਜੋ ਸੁਣਦਾ ਵੇਖਦਾ ਬੋਲਦਾ। ਫਿਰ ਅੱਗੇ ਕਹਿੰਦੇ ਹੈ ਪ੍ਰਸਾਦ। ਪ੍ਰਸਾਦ ਦਾ ਮਤਲਬ ਹੁੰਦਾ ਕਿਰਪਾ, ਰਹਿਮਤ, ਬਖਸ਼ਿਸ਼। ਪ੍ਰਸਾਦ ਦਾ ਅਰਥ ਆਨੰਦ ਸਵਰੂਪ ਵੀ ਹੈ। ਪਰਮਾਤਮਾ ਦਾ ਸਰੂਪ ਆਨੰਦ ਸਵਰੂਪ ਹੈ। ਪ੍ਰਸਾਦ ਨਾਮ ਕਿਰਪਾ ਦਾ ਵੀ ਹੈ। ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਲੈਂਦੇ। ਪ੍ਰਸ਼ਾਦ ਉੱਥੇ ਆਪਾਂ ਪ੍ਰਸ਼ਾਦ ਕਹਿ ਦਿੰਦੇ ਆ ਬਿੰਦੀ ਲਾ ਕੇ। ਅਰਥ ਹੈ ਕਿਰਪਾ, ਸਾਹਿਬ ਦਾ ਤਰਸ, ਗੁਰੂ ਦੀ ਕਿਰਪਾ। ਪ੍ਰਸਾਦ ਨਾਮ ਕਿਰਪਾ ਦਾ ਵੀ ਹੈ। ਇਸ ਕਰਕੇ ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਜੋ ਮੰਗਲ ਸਵਰੂਪ ਹੈ, ਆਨੰਦ ਸਵਰੂਪ ਹੈ। ਹਾਂਜੀ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਦਰਅਸਲ ਅਸੀਂ ਸ਼ਬਦ ਸੁਣਦੇ ਵੀ ਹਾਂ, ਗੁਰਬਾਣੀ ਦਾ ਪੜ੍ਹਦੇ ਵੀ ਹਾਂ। ਮਾਫ ਕਰਨਾ, ਮੈਂ ਆਪਣੇ ਸਮੇਤ ਬੇਨਤੀ ਕਰਦਾ, ਸਾਨੂੰ ਸਤਿਗੁਰਾਂ ਦੇ ਸ਼ਬਦ ਦਾ ਸਵਾਦ ਨਹੀਂ ਆਇਆ। ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਸਾਧ ਨਹੀਂ ਆਇਆ। ਸ਼ਬਦ ਦੇ ਅਸਲੀ ਰਸ ਨੂੰ, ਜਿਹੜਾ ਅਸਲ ਰਸ ਹੈ, ਉਹਨੂੰ ਅਸੀਂ ਮਾਣਿਆ ਨਹੀਂ। ਕੁਰਲੀਆਂ ਜ਼ਰੂਰ ਕੀਤੀਆਂ ਨੇ, ਅੰਦਰ ਨਹੀਂ ਲੰਘਾਇਆ। ਕੜਛੀ ਨੂੰ ਪੁੱਛੋ, ਦੱਸ ਇਸ ਭਾਜੀ ਦਾ ਕੀ ਸਵਾਦ ਹੈ, ਇਹਦੇ 'ਚ ਘੰਟਾ ਹੋ ਗਿਆ ਤੈਨੂੰ ਫਿਰਦਿਆਂ। ਆ ਮੇਵਿਆਂ ਵਾਲਾ ਪਕਵਾਨ ਤਿਆਰ ਹੈ, ਉਹਦੇ 'ਚ ਤੂੰ ਫਿਰਦੀਆਂ, ਕੜਛੀਏ ਦੱਸ ਇਹਦਾ ਸਵਾਦ ਕੀ ਹੈ? ਉਹ ਨਹੀਂ ਦੱਸ ਸਕਦੀ। ਇਹ ਹਾਲਾਤ ਨੇ ਸਾਡੇ। ਅਸੀਂ ਸ਼ਬਦ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਪਰ ਸ਼ਬਦ ਦਾ ਰਸ ਨਹੀਂ ਆਇਆ ਸਾਨੂੰ। ਜਿਨ੍ਹਾਂ ਨੂੰ ਸ਼ਬਦ ਦਾ ਰਸ ਆ ਜਾਂਦਾ ਹੈ, ਜਿਹੜੇ ਸ਼ਬਦ ਦੇ ਗੁੱਝੇ ਭੇਦ ਨੂੰ ਸਮਝ ਲੈਂਦੇ ਨੇ ਕਿ ਸਤਿਗੁਰਾਂ ਨੇ ਆਪਣੇ ਸ਼ਬਦ ਦੁਆਰਾ ਕੀ ਸਮਝਾਇਆ। ਸ਼ਬਦ ਦੇ ਭੇਦ ਨੂੰ ਬੁੱਝਣ ਵਾਲੇ, ਸ਼ਬਦ ਦੇ ਰਸ ਨੂੰ ਮਾਣਨ ਵਾਲੇ ਜਿਹੜੇ ਗੁਰਮੁਖ ਨੇ, ਉਹ ਸੇਵਕ ਬਣ ਕੇ ਹੇ ਸਤਿਗੁਰੂ ਜੀ ਤੁਹਾਡੀ ਸਭ ਪ੍ਰਕਾਰ ਦੀ ਸੇਵਾ ਕਰਦੇ। ਅਸਲ 'ਚ ਉਹ ਸੇਵਕ ਬਣਦਾ ਜਿਹਨੂੰ ਸਤਿਗੁਰਾਂ ਦੇ ਸ਼ਬਦ ਦੀ ਸਮਝ ਪਵੇ, ਉਹ ਫਿਰ ਸੇਵਕ ਬਣ ਜਾਂਦਾ। ਕਹਿਣ ਮਾਤਰ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਅਸੀਂ ਤਾਂ ਸੇਵਾਦਾਰ ਹਾਂ, ਅਸੀਂ ਤਾਂ ਸੇਵਕ ਹਾਂ, ਅਸੀਂ ਤਾਂ ਦਾਸਨ ਦਾਸ ਹਾਂ। ਪਰ ਸੇਵਕ ਬਣੀਦਾ ਉਦੋਂ ਹੈ ਜਦੋਂ ਸਤਿਗੁਰਾਂ ਦੇ ਸ਼ਬਦ ਦੀ ਸਮਝ ਪਵੇ, ਗੁਰੂ ਕੇ ਉਪਦੇਸ਼ ਦੀ ਸਮਝ ਪਵੇ, ਗੁਰੂ ਕੇ ਸ਼ਬਦ ਦਾ ਰਸ ਆਵੇ।
ਜਦੋਂ ਕੁਰਲੀਆਂ ਕਰਨੀਆਂ ਛੱਡ ਕੇ ਇਹਨਾਂ ਸ਼ਬਦਾਂ ਦੇ ਗਟਾਖਾਂ ਨੂੰ ਆਪਣੇ ਸਵੈ ਅੰਤਰਾਤਮੇ ਪੁੰਚਣ ਦਾ ਯਤਨ ਕਰਾਂਗੇ, ਮਾਣਨ ਦਾ ਯਤਨ ਕਰਾਂਗੇ, ਫਿਰ ਪਤਾ ਲੱਗੇਗਾ ਕਿ ਸੇਵਾ ਹੁੰਦੀ ਕੀ ਹੈ। ਹਾਲੇ ਤੱਕ ਤਾਂ ਸੇਵਾ ਦਾ ਹੀ ਸਾਨੂੰ ਬੋਧ ਨਹੀਂ। ਜੇ ਸੇਵਾ ਦਾ ਨਹੀਂ ਪਤਾ ਤੇ ਸੇਵਕ ਕਿਵੇਂ ਬਣਾਂਗੇ? ਇਸ ਕਰਕੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਸ਼ਬਦ ਦਾ ਸਾਧ ਆਇਆ, ਗੁਰੂ ਕੇ ਉਪਦੇਸ਼ ਦੀ ਸਮਝ ਆਈ ਹੈ, ਉਹ ਸੇਵਕ ਬਣ ਕੇ ਮਹਾਰਾਜ ਤੁਹਾਡੀ ਸਰਬ ਪ੍ਰਕਾਰ ਨਾਲ ਸੇਵਾ ਕਰਦੇ ਹਨ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚ ਹੋ ਆਪ ਗਵਾਇਆ। ਸੇਵਕ ਦੀ ਇੱਕ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਉਹਦੇ ਤੇ ਐਸੀ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਉਹ ਆਪਣੇ ਵਿੱਚੋਂ ਆਪਣੇ ਆਪੇ ਭਾਵ ਨੂੰ ਗਵਾ ਦਿੰਦਾ ਹੈ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਵਿੱਚੋਂ ਆਪਣਾ ਆਪਾ ਭਾਵ ਮੁੱਕ ਗਿਆ। ਗਿਆਨ ਵੇਦਾਂ ਸ਼ਾਸਤਰਾਂ ਵਿੱਚ ਵੀ ਦੱਸਿਆ ਜਾਂਦਾ ਸੀ ਕਿ ਤੂੰ ਬ੍ਰਹਮ ਹੈ, ਇਹ ਸਮਝ, ਇਹ ਜਾਣ ਕੇ ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ, ਮੈਂ ਰੱਬ ਦੀ ਅੰਸ਼ ਹਾਂ, ਮੈਂ ਹੀ ਬ੍ਰਹਮ। ਪਰ ਭਗਤੀ ਸਤਿਗੁਰਾਂ ਨੇ ਵਿੱਚ ਮਿਲਾ ਕੇ ਆਖਿਆ, ਭਾਈ ਦਾਸਾ ਭਾਵ ਧਾਰਨ ਕਰਕੇ ਆਖ, ਹੇ ਪ੍ਰਭੂ ਤੂੰ ਰੱਬ ਹੈ, ਬ੍ਰਹਮ ਹੈ ਤੇ ਮੈਂ ਤੇਰਾ ਦਾਸ ਹਾਂ। ਇਹ ਗਿਆਨ ਜਿਹੜਾ ਗੁਰੂ ਘਰ ਚ ਪ੍ਰਵਾਨ ਹੈ। ਮੈਂ ਰੱਬ ਹਾਂ ਇਹ ਕਹਿਣਾ, ਇਹ ਗਿਆਨ ਪ੍ਰਵਾਨ ਨਹੀਂ। ਤੂੰ ਪ੍ਰਮਾਤਮਾ ਹੈ ਔਰ ਮੈਂ ਤੇਰਾ ਦਾਸ ਹਾਂ। ਰਸਨਾ ਤੇ ਇਹੀ ਗੱਲ, ਹਿਰਦੇ 'ਚ ਇਹੀ ਗਿਆਨ ਹੋਵੇ ਕਿ ਮੈਂ ਰੱਬ ਦੀ ਅੰਸ਼ ਹਾਂ, ਪਰ ਰਸਨਾ ਤੋਂ ਹੈ ਪ੍ਰਭੂ ਮੈਂ ਤੇਰਾ ਦਾਸ ਹਾਂ, ਤੇਰਾ ਸੇਵਕ ਹਾਂ, ਤੂੰ ਮੇਰਾ ਸੁਆਮੀ ਹੈ, ਤੂੰ ਮੇਰਾ ਠਾਕੁਰ ਹੈ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਣੇ ਹਿਰਦੇ 'ਚੋਂ ਆਪਣਾ ਆਪਾ ਭਾਵ ਗਵਾ ਦਿੱਤਾ ਹੈ, ਆਪਣੇ ਆਪੇ ਭਾਵ ਨੂੰ ਨਿਵਾਰ ਦਿੱਤਾ ਹੈ, ਉਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਨਿਰਮਲ ਹੋਆ, ਉਹ ਨਿਰਮਲ ਹੋ ਗਏ, ਪਵਿੱਤਰ ਹੋ ਗਏ, ਉਹਨਾਂ ਦੇ ਅੰਤਸ਼ਕਰਨ ਸ਼ੁੱਧ ਹੋ ਗਏ, ਜਿਨ੍ਹਾਂ ਨੇ ਆਪਣੇ ਵਿੱਚੋਂ ਆਪੇ ਭਾਵ ਨੂੰ ਗਵਾ ਦਿੱਤਾ ਹੈ। ਅਨ ਦਿਨ ਗੁਣ ਗਾਵਹਿ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਉਹ ਰਾਤ ਦਿਨ ਸੱਚੇ ਦੇ ਗੁਣ ਗਾਉਂਦੇ ਆ, ਰਾਤ ਦਿਨ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ, ਔਰ ਗੁਰੂ ਪਾਤਸ਼ਾਹ ਦੇ ਪਵਿੱਤਰ ਸ਼ਬਦ ਦੁਆਰਾ ਉਹ ਸੁਹਾਇਆ ਕਹੀਏ ਸ਼ੋਭਨੀਕ ਹੋ ਜਾਂਦੇ ਹਨ। ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸ਼ੋਭਾ ਵਾਲੇ ਹੋ ਜਾਂਦੇ ਹਨ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ। ਏ ਮੇਰੇ ਠਾਕੁਰ ਅਸੀਂ ਤੇਰੇ ਬੱਚੇ ਹਾਂ ਔਰ ਤੁਹਾਡੀ ਸ਼ਰਨ ਵਿੱਚ ਹਾਂ। ਬਾਲਕ ਹਾਂ, ਬਾਲਕ ਅਣਜਾਣ ਹੁੰਦਾ ਹੈ, ਬਾਲਕ ਵਿੱਚ ਕੋਈ ਅਕਲ ਬਹੁਤੀ ਨਹੀਂ ਹੁੰਦੀ, ਬਾਲਕ ਵਿੱਚ ਕੋਈ ਬੁੱਧੀ ਬਹੁਤ ਵਿਕਸਿਤ ਨਹੀਂ ਹੁੰਦੀ। ਮਹਾਰਾਜ ਅਸੀਂ ਤੁਹਾਡੇ ਬਾਲਕ ਹਾਂ, ਅਣਜਾਣ ਵੀ ਹਾਂ, ਤੁਹਾਡੀ ਸ਼ਰਨ ਵਿੱਚ, ਤੁਹਾਡੀ ਪਨਾਹ ਵਿੱਚ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ, ਅਸੀਂ ਤੁਹਾਡੇ ਬਾਲਕ ਹਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ, ਹਮ ਬਾਰਕ ਤੁਮਰੇ ਤਾਰੇ ਤਾਰੇ, ਤੁਮ ਮਾਤ ਪਿਤਾ ਹਮ ਬਾਰਕ ਤੁਮਰੇ। ਮਹਾਰਾਜ ਤੁਸੀਂ ਸਾਡੇ ਮਾਈ ਬਾਪ ਹੋ, ਅਸੀਂ ਤੁਹਾਡੇ ਬਾਰਕ ਹਾਂ, ਤੁਹਾਡੇ ਬੱਚੇ ਹਾਂ, ਬਾਲਕ ਹਾਂ। ਹਾਂਜੀ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਤੂੰ ਇੱਕੋ ਸੱਚਾ ਹੈ, ਸੱਚ ਹੈ ਤੂੰ, ਕੇਵਲ ਆਪ ਹੀ ਮੁਰਾਰੀ ਹੈ। ਮੁਰਾਰੀ, ਆਹਾ ਬੜਾ ਪਿਆਰਾ ਸ਼ਬਦ ਹੈ ਮੁਰਾਰੀ। ਰਾਖਸ਼ਾਂ ਨੂੰ ਮਾਰਨ ਵਾਲਾ, ਮੁਰ ਨਾਮ ਰਾਖਸ਼ ਦਾ ਹੈ, ਉਹਨਾਂ ਰਾਖਸ਼ਾਂ ਨੂੰ ਮਾਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ। ਮੁਰਾਰੀ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਕਹਿੰਦੇ, ਪਰ ਮੇਰੇ ਸਾਹਿਬ ਕ੍ਰਿਸ਼ਨ ਜੀ ਵਿੱਚ ਵਰਤਣ ਵਾਲੀ ਜਿਹੜੀ ਪ੍ਰਮਾਤਮਾ ਦੀ ਸ਼ਕਤੀ ਹੈ, ਜੋ ਸਾਰਿਆਂ ਵਿੱਚ ਕੰਮ ਕਰਦੀ ਹੈ, ਜਿਹਦੇ ਬਾਰੇ ਗੁਰੂ ਕਲਗੀਧਰ ਕਹਿੰਦੇ ਹੈ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਹੇ ਵਾਹਿਗੁਰੂ,
ਤੇਰੇ ਕੋਲੋਂ ਹੀ ਬਲ ਲੈ ਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ। ਜਿਹਦੇ ਕੋਲੋਂ ਬਲ ਲਿਆ ਉਹਦੇ ਵੱਲ ਨਿਗਾਹ ਜਾ ਰਹੀ, ਉਹਨੂੰ ਕਹਿ ਰਹੇ ਨੇ ਮੁਰਾਰੀ, ਤੂੰ ਰਾਖਸ਼ਾਂ ਦਾ ਨਾਸ਼ ਕਰਨ ਵਾਲਾ ਹੈ। हे ਪ੍ਰਭੂ, ਇੱਕ ਤੂੰ ਹੀ ਸੱਚਾ ਹੈ, ਇੱਕ ਤੂੰ ਹੀ ਸੱਚ ਹੈ। ਰਹਾਉ ਜਾਗਤ ਰਹੇ ਤਿਨੇ ਪ੍ਰਭ ਪਾਇਆ, ਸ਼ਬਦੇ ਹਉ ਮੈਂ ਮਾਰੀ। ਜਿਹੜੇ ਜਾਗਦੇ ਰਹਿੰਦੇ ਨੇ, ਜਾਗਦੇ ਅਵਿਦਿਆ ਦੀ ਨੀਂਦ ਚੋਂ ਜਾਗ ਪਏ ਨੇ, ਜਿਹੜੇ ਜਾਗਤ ਰਹੇ, ਜਿਹੜੇ ਜਾਗ ਪਏ ਨੇ, ਤਿਨੀ ਪ੍ਰਭ ਪਾਇਆ, ਉਹਨਾਂ ਨੇ ਪ੍ਰਭ ਦੀ ਪ੍ਰਾਪਤੀ ਕੀਤੀ। ਜਿਹੜੇ ਸੁੱਤਿਆਂ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਨੇ, ਸੁੱਤਿਆਂ ਰਹਿਣ ਬਿਹਾਣੀ, ਉਹ ਰੱਬ ਦੀ ਪ੍ਰਾਪਤੀ ਨਹੀਂ ਕਰਦੇ। ਰੱਬ ਕੋਲ ਬੈਠਾ ਵੀ ਉਹਨਾਂ ਨੂੰ ਦਰਸ਼ਨ ਨਹੀਂ ਦਿੰਦਾ। ਤੇ ਜਿਹੜੇ ਜਾਗ ਪਏ ਅਵਿਦਿਆ ਦੀ ਨੀਂਦ ਚੋਂ, ਅਗਿਆਨਤਾ ਦੇ ਹਨੇਰੇ ਚੋਂ, ਉਹਨਾਂ ਜਾਗਣ ਵਾਲਿਆਂ ਤੇ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ, ਉਹਨਾਂ ਨੂੰ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋਈ। ਇਸੇ ਕਰਕੇ ਮਹਾਂਪੁਰਸ਼ ਮਹਾਤਮਾ ਇਹੀ ਕਹਿੰਦੇ, ਗੁਰਬਾਣੀ ਵੀ ਕਹਿੰਦੀ, ਅੰਮ੍ਰਿਤ ਵੇਲੇ ਜਾਗੋ, ਸਰੀਰ ਕਰਕੇ ਵੀ ਜਾਗੋ ਭਾਈ। ਅੰਮ੍ਰਿਤ ਵੇਲੇ ਜਾਗੋ, ਭਜਨ ਕਰੋ, ਨਿਤਨੇਮ ਕਰੋ, ਬਾਣੀ ਪੜੋ। ਉਸ ਜਾਗਣੇ ਨਾਲ ਅੰਦਰੋਂ ਵੀ ਜਾਗਣਾ ਹੋਵੇਗਾ, ਅੰਦਰੋਂ ਸੁਰਤ ਕਰਕੇ ਵੀ ਜਾਗਣ ਦੀ ਪ੍ਰੇਰਣਾ ਪ੍ਰਾਪਤ ਹੋਵੇਗੀ। ਜਿਹੜੇ ਜਾਗਦੇ ਹਨ ਅਵਿਦਿਆ ਦੀ ਨੀਂਦ ਚੋਂ, ਮਹਾਰਾਜ ਜੀ ਕਹਿੰਦੇ ਉਹ ਪ੍ਰਭੂ ਨੂੰ ਪਾ ਲੈਂਦੇ ਨੇ। ਸਬਦੇ ਹਉਮੈ ਮਾਰੀ, ਸਤਿਗੁਰਾਂ ਦੇ ਸ਼ਬਦ ਦੁਆਰਾ ਉਹ ਆਪਣੇ ਹਿਰਦੇ ਚੋਂ ਆਪਣੀ ਹਉਮੈ ਨੂੰ ਮਾਰ ਦਿੰਦੇ ਨੇ। ਹੰਕਾਰ ਨਹੀਂ ਰੱਖਦੇ। ਕਾਹਦਾ ਹੰਕਾਰ ਰੱਖਣਾ? ਨਸ਼ਵਰ ਵਸਤੂਆਂ ਦਾ, ਨਾਸ਼ਵਾਨ ਪਦਾਰਥਾਂ ਦਾ ਕੀ ਹੰਕਾਰ? ਨਾਸ਼ਵਾਨ ਸਰੀਰ ਦਾ ਕੀ ਹੰਕਾਰ ਕਰਨਾ ਹੋਇਆ? ਜੋ ਬਿਨਸ ਜਾਣਾ ਉਹਦਾ ਹੰਕਾਰ ਕੀ? ਫੋਕੀ ਹਉਮੈ ਦੀ ਫੋੜ ਆਪਣੇ ਹਿਰਦੇ 'ਚ ਅਸੀਂ ਚੁੱਕੀ ਬੈਠੇ ਹਾਂ। ਮੈਂ ਆ ਹਾਂ, ਮੇਰੀ ਆ ਅਵਸਥਾ ਹੈ, ਮੇਰਾ ਆ ਰੂਪ ਹੈ। ਇਹ ਝੂਠੀ ਹਉਮੈ ਨੂੰ ਗੁਰਸਿੱਖ ਆਪਣੇ ਹਿਰਦੇ 'ਚੋਂ ਕੱਢ ਕੇ, ਤਿਆਗ ਕੇ ਅਸਲ ਸਵਰੂਪ ਨੂੰ ਬੁੱਝਦੇ ਨੇ, ਜਾਣਦੇ ਨੇ। ਹਾਂਜੀ। ਗਿਰਹਿ ਮਹਿ ਸਦਾ ਹਰ ਜਨ ਉਦਾਸੇ, ਗਿਆਨ ਤਤ ਵਿਚਾਰੇ। ਜ਼ਰੂਰੀ ਨਹੀਂ ਕਿ ਜਿਹੜਾ ਘਰ-ਬਾਰ ਤਿਆਗ ਦਿੰਦਾ ਉਹ ਮੁਕਤ ਹੋ ਜਾਂਦਾ। ਮੇਰੇ ਸਾਹਿਬ ਕਹਿੰਦੇ ਜਿਹੜਾ ਗਿਆਨ ਤੱਤਵ ਦੀ ਵਿਚਾਰ ਕਰਦਾ ਨਾ, ਉਹ ਤਾਂ ਗ੍ਰਸਤੀ ਵੀ ਮੁਕਤ ਹੋ ਜਾਂਦਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗ੍ਰਸਤ ਮਾਰਗ ਨੂੰ ਪ੍ਰਮਾਣਿਕਤਾ। ਸਤਿਗੁਰਾਂ ਨੇ ਗ੍ਰਸਤੀਆਂ ਨੂੰ ਮਾੜਾ ਨਹੀਂ ਕਿਹਾ, ਨਹੀਂ ਤਾਂ ਸਮਾਜ ਵਿੱਚ ਕਿਹਾ ਜਾਂਦਾ ਸੀ ਇਹ ਗ੍ਰਸਤੀ ਨਹੀਂ ਮੁਕਤ ਹੋ ਸਕਦੇ। ਪਾਤਸ਼ਾਹ ਕਹਿੰਦੇ ਜਿਹੜੇ ਹਰੀ ਦੇ ਜਨ ਨੇ ਉਹ ਤਾਂ ਗ੍ਰਸਤੀ ਹੋ ਕੇ ਵੀ ਮੁਕਤ ਹੋ ਜਾਂਦੇ ਆ, ਕਿਉਂਕਿ ਉਹ ਗਿਆਨ ਤੱਤਵ ਦੀ ਵਿਚਾਰ ਕਰਦੇ ਆ। ਤੇ ਜਿਹੜੇ ਘਰ ਛੱਡ ਕੇ ਆਖਣ ਵੀ ਅਸੀਂ ਤਿਆਗੀ ਹੋ ਗਏ ਆ, ਬਾਹਰ ਚਲੇ ਗਏ, ਅਸੀਂ ਮੁਕਤ ਹੋ ਜਾਾਂਗੇ, ਇਹ ਵੀ ਭੁਲੇਖਾ ਹੈ। ਜ਼ਰੂਰੀ ਨਹੀਂ ਹਰ ਘਰ ਤਿਆਗਣ ਵਾਲਾ ਮੁਕਤ ਹੁੰਦਾ। ਹਾਂ, ਹੋ ਸਕਦਾ ਕੋਈ ਮੁਕਤ, ਪਰ ਹਰ ਇੱਕ ਹੀ ਮੁਕਤ ਹੋ ਜਾਏ ਐਸਾ ਨਹੀਂ। ਗ੍ਰਸਤ ਦੇ ਵਿੱਚ ਵੀ ਹਰ ਇੱਕ ਗ੍ਰਸਤੀ ਥੋੜੀ ਮੁਕਤ ਹੁੰਦਾ। ਉਹੀ ਮੁਕਤ ਹੋਵੇਗਾ ਜਿਹੜਾ ਗਿਆਨ ਤੱਤਵ ਵਿਚਾਰੇਗਾ, ਉਹ ਭਾਵੇਂ ਗ੍ਰਸਤੀ ਹੋਵੇ ਤੇ ਭਾਵੇਂ ਵਿਅੰਗਮ ਹੋਵੇ। ਗੱਲ ਤਾਂ ਗਿਆਨ ਤੱਤਵ ਦੀ ਵਿਚਾਰ ਦੀ ਹੈ। ਜਿਹੜਾ ਗਿਆਨ ਤੱਤਵ ਵਿਚਾਰ ਲਵੇ ਉਹ ਗ੍ਰਸਤੀ ਵੀ ਪ੍ਰਵਾਨ, ਉਹ ਵਿਅੰਗਮ ਵੀ ਪ੍ਰਵਾਨ। ਜੇ ਗਿਆਨ ਤੱਤਵ ਦੀ ਵਿਚਾਰ ਨਹੀਂ ਕਰਦਾ ਤੇ ਫਿਰ ਉਹ ਨਾ ਗ੍ਰਸਤੀ ਪ੍ਰਵਾਨ ਹੈ ਤੇ ਨਾ ਹੀ ਵਿਹੰਗਮ। ਵਿਅੰਗਮ ਕਹਿ ਦਿੰਦੇ ਜਿਹੜਾ ਸ਼ਾਦੀ ਨਾ ਕਰਾਵੇ, ਉਹ ਵੀ ਪ੍ਰਵਾਨ ਨਹੀਂ। ਕਿਉਂ ਛੱਡਦੇ ਸਨ ਲੋਕ ਘਰ-ਬਾਰ? ਕਹਿੰਦੇ ਘਰ 'ਚ ਝੰਜੇਲੇ ਝੰਬੇਲੇ ਹੁੰਦੇ ਐ, ਜ਼ਿੰਮੇਵਾਰੀਆਂ ਹੁੰਦੀਆਂ, ਚਲੋ ਬਾਹਰ ਜਾ ਕੇ ਕਿਤੇ ਟਿਕਾਣੇ ਤੇ ਕਿਤੇ ਜੰਗਲ 'ਚ ਜਾ ਕੇ ਭਜਨ ਕਰਾਂਗੇ। ਇੱਕ ਤਿਆਗੀ ਸੀ ਤੇ ਸਾਧ ਸੀ, ਮਰਨ ਲੱਗਾ ਤੇ ਉਹਦਾ ਚੇਲਾ ਉਹਦੇ ਕੋਲ ਬੈਠਾ ਸੀ। ਘਰ-ਬਾਰ ਛੱਡਿਆ ਸੀ ਉਸ ਸਾਧ ਨੇ,
ਕਿਸੇ ਸਮੇਂ ਚੇਲੇ ਆਪਣੇ ਨੂੰ ਕਹਿਣ ਲੱਗਾ, ਬੇਟਾ ਮੈਂ ਆਪਣੀ ਜ਼ਿੰਦਗੀ ਦਾ ਸਾਰ ਤੈਨੂੰ ਦੱਸਣ ਲੱਗਾ। ਏਦਾਂ ਕਰੀ ਵੀ ਕਦੇ ਬਿੱਲੀ ਨਾ ਪਾਲੀ, ਬਿੱਲੀ ਨਾ ਪਾਲੀ। ਇਹ ਕਹਿ ਕੇ ਉਹ ਸਾਧ ਤਾਂ ਅੱਖਾਂ ਮੀਚ ਗਿਆ। ਚੇਲੇ ਦੇ ਮਨ ਦੇ ਵਿੱਚ ਸ਼ੰਕਾ ਆਵੇ, ਸਾਧ ਦਾ ਕਿਰਿਆ ਕਰਮ ਵੀ ਕੀਤਾ, ਫਿਰ ਸੋਚੇ ਵੀ ਇਹ ਕਿਹੜਾ ਗਿਆਨ ਦੇ ਗਿਆ ਜਾਂਦਿਆਂ ਜਾਂਦਿਆਂ ਬਾਬਾ, ਵੀ ਬਿੱਲੀ ਨਾ ਪਾਲੀ, ਇਹਦੇ 'ਚ ਕਿਹੜਾ ਕੋਈ ਬ੍ਰਹਮ ਗਿਆਨ ਹੈ, ਇਹਦੇ 'ਚ ਕਿਹੜਾ ਕੋਈ ਸਾਰ ਹੈ ਵੀ ਬਿੱਲੀ ਨਾ ਪਾਲੀ। ਬੜਾ ਹੈਰਾਨ, ਮਨ 'ਚ ਖਟਕਦੀ ਜਾਵੇ ਵੀ ਜੇ ਮਰਨ ਵੇਲੇ ਉਹਨੇ ਗੱਲ ਕਹੀ ਹੈ ਤਾਂ ਕੋਈ ਨਾ ਕੋਈ ਟਿਕਾਣੇ ਦੀ ਵੀ ਹੋਵੇਗੀ, ਪਰ ਮੈਨੂੰ ਸਮਝ ਨਹੀਂ ਪਈ ਆਉਂਦੀ ਵੀ ਉਹਨੇ ਇਹ ਗੱਲ ਆਖੀ ਕਿਉਂ। ਕਾਫੀ ਸਮਾਂ ਬੀਤ ਗਿਆ, ਮਨ 'ਚ ਉਹਦੇ ਗੱਲ ਖਟਕਦੀ ਰਹੇ। ਇੱਕ ਦਿਨ ਉਹਦੇ ਉਸੇ ਸਾਧ ਦਾ ਕੋਈ ਮਿੱਤਰ ਪਿਆਰਾ ਸੀ ਬਚਪਨ ਦਾ ਪੁਰਾਣਾ, ਉਹ ਮਿਲਿਆ, ਗੱਲਬਾਤ ਹੋਈ। ਉਹਨੇ ਦੱਸਿਆ ਵੀ ਅਸੀਂ ਇਕੱਠੇ ਰਹੇ ਹਾਂ ਪਹਿਲੋਂ। ਕਹਿਣ ਲੱਗਾ ਇਹਨੂੰ ਪੁੱਛਦਾ, ਕਹਿਣ ਲੱਗਾ ਵੀ ਮਰਨ ਵੇਲੇ ਸਾਡਾ ਜਿਹੜਾ ਸੰਤ ਸੀ ਉਹ ਕਹਿ ਗਿਆ ਵੀ ਬਿੱਲੀ ਮਤ ਪਾਲਣਾ। ਵੀ ਮੈਂ ਸੋਚਿਆ ਇਹਦੇ 'ਚ ਕੀ ਬ੍ਰਹਮ ਗਿਆਨ ਹੈ। ਕਹਿੰਦਾ ਇਹਦੇ ਵਿੱਚ ਉਹਦੀ ਸਾਰੀ ਜ਼ਿੰਦਗੀ ਦਾ ਤਜਰਬਾ ਜਿਹੜਾ ਦੱਸ ਕੇ ਗਿਆ। ਕਹਿੰਦਾ ਉਹ ਕਿਵੇਂ? ਕਹਿੰਦੇ ਘਰ ਬਾਹਰ ਛੱਡ ਕੇ ਬਾਹਰ ਇੱਕ ਕੁਟੀਆ ਬਣਾ ਲਈ ਉਹਨੇ, ਇੱਕ ਲੰਗੋਟ ਲਾਹ ਲੈਂਦਾ, ਇੱਕ ਪਾ ਲੈਂਦਾ ਸੀ। ਉੱਥੇ ਕਿਤੇ ਜਿੱਥੇ ਕੁਟੀਆ ਸੀ 5-4 ਚੂਹੇ ਆ ਗਏ, ਉਹਦੀ ਲੰਗੋਟੀ ਜਿਹੜੀ ਆ ਕੇ ਉਹ ਕੁਤਰ ਜਾਇਆ ਕਰਨ, ਚੂਹਿਆਂ ਨੇ ਤੰਗ ਕੀਤਾ। ਨਾਲ ਹੀ ਇੱਕ ਪਿੰਡ ਵਾਲੇ ਸੀ, ਉਹ ਸੇਵਾ ਟਹਿਲ ਕਰਦੇ ਸੀ ਇਹਦੀ। ਬੜਾ ਪਰੇਸ਼ਾਨ ਹੋਇਆ ਕਿ ਪਹਿਲਾਂ ਹੀ ਮੇਰੇ ਕੋਲ ਇੱਕ ਲੰਗੋਟੀ ਆ, ਉਹ ਵੀ ਆ ਕੇ ਇਹ ਚੂਹੇ ਕੁਤਰ ਜਾਂਦੇ ਆ। ਪਿੰਡ ਵਾਲਿਆਂ ਨਾਲ ਗੱਲ ਕੀਤੀ, ਕਹਿਣ ਲੱਗੇ ਬਾਬਾ ਜੀ ਤੁਹਾਨੂੰ ਇੱਕ ਬਿੱਲੀ ਦੇ ਦਿੰਦੇ ਆ ਤੇ ਬਿੱਲੀ ਪਾਲ ਲਓ। ਉਹ ਬਿੱਲੀ ਦੇ ਗਏ, ਸਾਧ ਨੇ ਬਿੱਲੀ ਰੱਖ ਲਈ। ਬਿੱਲੀ ਨੇ ਚੂਹਿਆਂ ਦੀ ਸਮੱਸਿਆ ਤਾਂ ਖਤਮ ਕਰ ਦਿੱਤੀ, ਪਰ ਹੁਣ ਸਮੱਸਿਆ ਇਹ ਬਣ ਗਈ ਵੀ ਸਾਧ ਆਪਣਾ ਜ਼ਿੰਮੇਵਾਰੀ ਨਿਭਾਵੇ, ਆਪਣੇ ਖਾਣ ਪੀਣ ਵੀ ਮੰਗ ਕੇ ਕਹੇ, ਉਹ ਬਿੱਲੀ ਨੂੰ ਵੀ ਦੁੱਧ ਪਿਆਣਾ ਉਹ ਕਿੱਥੋਂ ਲਿਆਵੇ ਰੋਜ਼। ਪਿੰਡ ਵਾਲੇ ਦੇ ਜਾਇਆ ਕਰਨ। ਤੇ ਇੱਕ ਦਿਨ ਕਹਿਣ ਲੱਗੇ ਬਾਬਾ ਜੀ ਰੋਜ਼ ਰੋਜ਼ ਵਾਲਾ ਕੰਮ ਔਖਾ ਹੈ, ਵੀ ਤੁਹਾਨੂੰ ਇੱਕ ਗਊ ਦੇ ਜਾਂਦੇ ਆ, ਉਹਨੂੰ ਘਾਹ ਪੱਠਾ ਪਾ ਲਿਆ ਕਰੋ, ਨਾਲੇ ਆਪਣਾ ਦੁੱਧ ਆਪਣੇ ਹਿਸਾਬ ਕਿਤਾਬ ਨਾਲ ਤੁਸੀਂ ਵਰਤ ਲਿਆ ਕਰੋ, ਨਾਲੇ ਬਿੱਲੀ ਨੂੰ ਪਿਆ ਦਿਆ ਕਰੋ। ਕਹਿ ਦਿਓ ਬਿੱਲੀ ਪਾਲਣ ਵਾਸਤੇ ਗਾਂ ਲੈਣ ਦੀ। ਹੁਣ ਗਾਂ ਵਾਸਤੇ ਘਾਹ ਪੱਠਾ ਪਹਿਲਾਂ ਪਿੰਡ ਵਾਲੇ ਦੇ ਜਾਇਆ ਕਰਨ ਤੇ ਰੋਜ਼। ਫਿਰ ਉਹ ਕਹਿੰਦੇ ਬਾਬਾ ਜੀ ਰੋਜ਼ ਵਾਲਾ ਕੰਮ ਪਰੇਸ਼ਾਨੀ ਦਾ ਹੈ, ਆ ਸਾਡੇ ਪਿੰਡ ਸ਼ਾਮਲਾਟ ਦੀ ਜ਼ਮੀਨ ਆ, ਕਿੱਲਾ 2 ਕਿੱਲੇ ਤੁਹਾਨੂੰ ਇਹ ਦੇ ਦਿੰਦੇ ਆ ਤੇ ਵਾਹ ਲਿਆ ਕਰੋ, ਤੇ ਨਾਲੇ ਖਾਣ ਨੂੰ ਥੋੜਾ ਬਹੁਤਾ ਡੇਰੇ ਤੇ ਤੁਹਾਡੇ ਰਾਸ਼ਨ ਪਾਸ਼ਨ ਆ ਜਾਇਆ ਕਰੇਗਾ, ਨਾਲੇ ਗਾਂ ਵਾਸਤੇ ਘਾਹ ਪੱਠਾ। ਹੁਣ ਗਾਂ ਨੂੰ ਸਾਂਭਣ ਵਾਸਤੇ ਫਿਰ ਜ਼ਮੀਨ ਆ ਲੈ ਲਈ, ਤੇ ਜ਼ਮੀਨ ਵਿੱਚ ਘਾਹ ਪੱਠਾ ਬੀਜੇ। ਬਾਬਾ ਸਵੇਰ ਦਾ ਜੋ ਮਿੱਟੋ ਮਿੱਟੀ ਹੋਇਆ ਸ਼ਾਮ ਤਾਈਂ। ਉਹ ਆਖੇ ਵੀ ਮੈਂ ਭਜਨ ਕਿਹੜੇ ਵੇਲੇ ਕਰਾਂ। ਉਹ ਕਹਿਣ ਲੱਗੇ ਇਦਾਂ ਕਰਦੇ ਆ ਵੀ ਸਾਡੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਦੀ ਔਰਤ ਹੈ, ਪਤੀ ਉਹਦਾ ਮਰ ਗਿਆ, ਸੰਤਾਨ ਉਹਦੀ ਹੈ ਨਹੀਂ, ਉਹਨੂੰ ਇੱਥੇ ਛੱਡ ਦਿੰਦੇ ਆ, ਨਾਲੇ ਤੁਹਾਡੇ ਆਸਰੇ ਪਲੀ ਜਾਏਗੀ। ਉਹਨੂੰ ਛੱਡਿਆ ਉੱਥੇ, ਉਹ ਘਾਹ ਪੱਠਾ। ਬਾਬਾ ਕੁਝ ਦਿਨ ਤਾਂ ਸੁੱਖ ਦੇ ਨਿਕਲੇ, ਫਿਰ ਪਿੰਡ ਵਾਲੇ ਕਹਿੰਦੇ ਬਾਬਾ ਜੀ ਸਾਡੀ ਹੁੰਦੀ ਹੈ ਬੇਇੱਜ਼ਤੀ, ਤੁਸੀਂ ਇੱਥੇ ਰਹਿੰਦੇ ਹੋ, ਔਰਤ ਉੱਥੇ ਤੁਹਾਡੇ ਕੋਲ ਰਹਿੰਦੀ ਹੈ, ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਤੁਸੀਂ ਇਹਦੇ ਨਾਲ ਸ਼ਾਦੀ ਕਰ ਲਓ। ਬਾਬਾ ਚੁੱਪ ਕਰਕੇ ਸ਼ਾਦੀ ਵੀ ਕਰਾ ਲਈ, ਬੱਚੇ ਵੀ ਹੋ ਗਏ। ਜਿਉਂ ਜੰਜਾਲਾਂ 'ਚ ਫਸਿਆ, ਅਖੀਰ ਨੂੰ ਫੇਰ ਛੱਡ ਛੜਾ ਕੇ ਜਦੋਂ ਪਾਸੇ ਹੋਇਆ, ਮਰਿਆ ਤੇ ਉਹਨੇ ਇਸ ਕਰਕੇ ਤੈਨੂੰ ਕਿਹਾ ਸੀ ਵੀ ਪੁੱਤਰਾ ਸਾਰੇ ਝੰਜੇਲੇ ਜਿਹੜੇ ਨੇ ਉਹ ਬਿੱਲੀ ਪਾਲਣ ਤੋਂ ਸ਼ੁਰੂ ਹੋਏ ਸੀ। ਇਸ ਕਰਕੇ ਉਹਨੇ ਆਪਣੀ ਜ਼ਿੰਦਗੀ ਦਾ ਤੱਤ ਤੈਨੂੰ ਦੱਸਿਆ ਵੀ ਕੁਝ ਹੋ ਜਾਏ ਬਿੱਲੀ ਨਾ ਪਾਲੀ। ਕਈ ਵਿਰਕਤ ਹੋ ਕੇ ਘਰੋਂ ਨਿਕਲੇ ਵੀ ਅਸੀਂ ਵਿਰਕਤ ਹੋ ਜਾਣਾ,
ਉੱਥੇ ਜਾ ਕੇ ਉਹਨਾਂ ਨੇ ਵੀ ਬਿੱਲੀ ਪਾਲਣ ਵਾਲਾ ਕੋਈ ਇੱਕ ਅੱਧਾ ਕੰਮ ਕੀਤਾ ਸ਼ੁਰੂ, ਇੱਕ ਅੱਧਾ ਚੇਲਾ ਰੱਖਿਆ, ਉੱਥੋਂ 2 4 10 20 50 ਹੁੰਦਿਆਂ ਡੇਰੇ ਬਣ ਗਏ। ਡੇਰਿਆਂ ਦੇ ਫਿਰ ਝੰਜਟਾਂ ਵਿੱਚ ਫਸ ਕੇ ਉੱਥੇ ਉਲਝ ਕੇ ਰਹਿ ਗਏ। ਚੱਲੇ ਤਾਂ ਰੱਬ ਨੂੰ ਮਿਲਣ ਸੀ, ਬੀਚਾ ਅਟ ਕੇ ਉਹ ਚੀਤ ਬੜੀ ਖੇਡ ਹੋ ਗਈ। ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਕੋਈ ਘਰ ਘਾਟ ਤਿਆਗ ਕੇ ਮੁਕਤ ਹੋ ਜਾਂਦਾ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗ੍ਰਸਤ ਵਿੱਚ ਰਹਿ ਕੇ ਆਪਣੀ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਜੇ ਕੋਈ ਗ੍ਰਸਤੀ ਗਿਆਨ ਤਤਵ ਦੀ ਵਿਚਾਰ ਕਰਦਾ ਹੈ ਕਿ ਤਤਵ ਗਿਆਨ ਕੀ ਹੈ, ਤਾਂ ਉਹ ਗ੍ਰਸਤੀ ਹੋਣ ਦੇ ਨਾਲ ਮੁਕਤ ਹੋ ਜਾਂਦਾ। ਗ੍ਰਸਤੀ ਹੋ ਕੇ ਵੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ, ਕਿਉਂਕਿ ਉਹ ਗ੍ਰਸਤ ਵਿੱਚ ਵੀ ਉਦਾਸ ਕਈ ਉਪਰਾਮ ਹੋ ਕੇ ਰਹਿੰਦਾ, ਕਿਸੇ ਵਸਤੂ ਨਾਲ ਕਿਸੇ ਪਦਾਰਥ ਨਾਲ ਪਕੜ ਨਹੀਂ ਬਣਾਉਂਦਾ। ਹਰ ਵੇਲੇ ਆਪਣੇ ਹਿਰਦੇ 'ਚ ਗਿਆਨ ਤਤ ਵਿਚਾਰੀ, ਗਿਆਨ ਤਤਵ ਦੀ ਵਿਚਾਰ ਕਰਦਾ। ਬਾਬਾ ਬੁੱਢਾ ਸਾਹਿਬ ਜੀ ਜੈਸੇ ਕੈਸੇ ਮਹਾਨ ਉਗ੍ਰਿਸਤੀ ਸਨ, ਕਿੰਨੀ ਉੱਚ ਅਵਸਥਾ ਦੇ ਮਾਲਕ। ਸਾਰਾ ਸਿੱਖ ਜਗਤ ਹੀ ਨਹੀਂ, ਹੋਰ ਵੀ ਅਨਮਤਾਂ ਦੇ ਲੋਕ ਬਾਬਾ ਬੁੱਢਾ ਸਾਹਿਬ ਨੂੰ ਸੀਸ ਝੁਕਾਉਂਦੇ ਆ, ਮੱਥਾ ਟੇਕਦੇ ਆ। ਤੋ ਜਿਹੜੇ ਗਿਆਨ ਤਤਵ ਦੀ ਵਿਚਾਰ ਕਰਦੇ ਨੇ ਉਹ ਗ੍ਰਸਤੀ ਵੀ ਮੁਕਤ ਹਨ। ਹਾਂਜੀ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰ ਧਾਰੀ। ਐਸਾ ਨਹੀਂ ਕਿ ਗ੍ਰਸਤੀ ਹੋ ਕੇ ਉਹ ਆਪਣੇ ਗ੍ਰਸਤੀ ਹੋਣ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਹੀਂ ਨਿਭਾਉਂਦਾ। ਜੋ ਇੱਕ ਗ੍ਰਸਤੀ ਦੀ ਜ਼ਿੰਮੇਵਾਰੀ ਆਪਣੇ ਬੱਚਿਆਂ ਪ੍ਰਤੀ, ਪਤੀ ਦੀ ਆਪਣੀ ਪਤਨੀ ਪ੍ਰਤੀ, ਪਤਨੀ ਦੀ ਆਪਣੇ ਪਤੀ ਪ੍ਰਤੀ, ਜੋ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾਉਂਦਾ ਹੋਇਆ ਵੀ ਉਹ ਆਪਣੇ ਹਿਰਦੇ 'ਚ ਉਪਰਾਮਤਾ ਰੱਖ ਕੇ ਮੋਕਸ਼ ਤੇ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਐਸਾ ਨਹੀਂ ਕਿ ਬੱਚੇ ਭੁੱਖੇ ਮਰਦੇ ਹੋਣ ਤੇ ਆਖੇ ਮੈਂ ਰੱਬ ਕਰ ਲਵਾਂ। ਉਹਨਾਂ ਪ੍ਰਤੀ ਵੀ ਜੋ ਜ਼ਿੰਮੇਵਾਰੀ ਹੈ, ਪਰਿਵਾਰ ਪ੍ਰਤੀ ਵੀ ਜੋ ਜ਼ਿੰਮੇਵਾਰੀ ਹੈ, ਚਾਹੇ ਉਹ ਇਸਤਰੀ ਹੋਵੇ ਚਾਹੇ ਉਹ ਪੁਰਖ ਹੋਵੇ, ਦੋਨਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਹੈ। ਕੇਵਲ ਇਸਤਰੀ ਜਾਂ ਪੁਰਖ ਦੀ ਵੱਖੋ ਵੱਖਰੀ ਜ਼ਿੰਮੇਵਾਰੀ ਐਸਾ ਨਹੀਂ ਕਿ ਉਹ 2 ਪਹੀਏ ਨੇ ਗ੍ਰਸਤ ਮਾਰਗ ਦੇ, ਬਰਾਬਰ ਚੱਲਣਗੇ ਤਾਂ ਜ਼ਿੰਦਗੀ ਸੁਖੱਲੀ ਹੁੰਦੀ ਹੈ। ਇੱਕ ਪਹੀਆ ਵੀ ਪਟੜੀ ਤੋਂ ਉਤਰ ਜਾਵੇ ਤਾਂ ਉਹ ਗ੍ਰਸਤੀ ਦੀ ਜ਼ਿੰਦਗੀ ਜਿਹੜੀ ਆ ਉਹ ਨਰਕ ਵਰਗੀ ਹੋ ਜਾਂਦੀ ਹੈ। ਫਿਰ ਉਹ ਜੀਵਨ ਨਰਕ ਤੋਂ ਵੀ ਬੱਤਰ ਹੋ ਜਾਂਦਾ। ਇਦਾਂ ਕਹਿ ਸਕਦੇ ਹਾਂ ਕਿ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਕੋਈ ਨਰਕ ਹੈ ਤਾਂ ਉਹ ਨਰਕ ਇਹ ਵੀ ਹੈ ਜਦੋਂ ਗ੍ਰਸਤੀ ਦਾ ਜੀਵਨ ਆਪਸ ਵਿੱਚ ਖੜਕਣਬਾਜ਼ੀ ਦੇ ਵਿੱਚ, ਦਵੈਸ਼ ਦੇ ਵਿੱਚ ਬਤੀਤ ਹੋਣ ਲੱਗ ਪਵੇ। ਉੱਥੇ ਉਹ ਬੱਚਿਆਂ ਦੇ ਉੱਤੇ ਮਾੜਾ ਅਸਰ, ਪਰਿਵਾਰ ਦੇ ਉੱਤੇ ਮਾੜਾ ਮਾਹੌਲ, ਉਹ ਨਰਕ ਭਰੀ ਜ਼ਿੰਦਗੀ ਹੋ ਜਾਂਦੀ ਹੈ। ਤੋ ਆਪਣੀ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦਿਆਂ ਉਹ ਪਰਮੇਸ਼ਰ ਦਾ ਭਜਨ ਕਰਦਾ, ਬੰਦਗੀ ਕਰਦਾ ਔਰ ਮੁਕਤ ਹੋ ਜਾਂਦਾ ਹੈ। ਦੁਬਾਰਾ ਪੜ੍ਹੀਏ ਪੰਕਤੀ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰ ਧਾਰੀ। ਸਤਿਗੁਰਾਂ ਦੀ ਸੇਵਾ ਕਰਕੇ ਗੁਰਸਿੱਖ ਸਦਾ ਹੀ ਸੁਖ ਪ੍ਰਾਪਤ ਕਰਦਾ ਹੈ। ਹਰ ਰਾਖਿਆ ਉਰ ਧਾਰੀ, ਉਹ ਹਰੀ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ ਹੈ, ਹਰੀ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਹੈ। ਇਹੋ ਮਨੁਆ ਦਹਿਦ ਸਤਾਵਦ, ਦੂਜੈ ਪਾਏ ਖੁਆਇਆ। ਇਹ ਮਨ ਐਸਾ ਹੈ ਵੀ ਇਹ 10 ਦਿਸ਼ਾਵਾਂ ਵਿੱਚ ਭਜਦਾ, ਬੜਾ ਚੰਚਲ ਹੈ। ਔਰ ਮਨ ਬਣਿਆ ਅਗਨੀ ਤਤਵ ਤੋਂ ਹੈ ਨਾ, ਅੱਗ ਤੋਂ ਇਹਦੀ ਉਤਪਤੀ ਹੋਈ। ਅੱਗ ਵੀ ਕਦੇ ਲਾਟ ਵੇਖੀ ਹੈ ਟਿਕੀ? ਮਨ ਵੀ ਨਹੀਂ ਟਿਕਦਾ। ਮਨ 10 ਦਿਸ਼ਾਵਾਂ ਵਿੱਚ ਭਜਦਾ ਹੈ। ਹੇ ਭਾਈ, ਜਿਸ ਮਨ ਨੂੰ ਟਿਕਾਉਣਾ ਹੈ ਤਾਂ ਫਿਰ ਹਰੀ ਨੂੰ ਆਪਣੇ ਹਿਰਦੇ 'ਚ ਵਸਾ। ਮਨ ਮੁਖ ਮੁਗਧ ਹਰ ਨਾਮ ਨਾ ਚੇਤੈ, ਬਿਰਥਾ ਜਨਮ ਗਵਾਇਆ। ਜਿਹੜਾ ਮਨਮੁਖ ਹੈ ਉਹ ਮੂਰਖ ਹੈ, ਮੁਗਧ ਹੈ। ਉਹ ਹਰੀ ਦਾ ਨਾਮ ਨਹੀਂ ਚੇਤਦਾ ਔਰ ਆਪਣਾ ਸਾਰਾ ਜਨਮ ਵਿਅਰਥ ਗਵਾ ਲੈਂਦਾ। ਹਾਂਜੀ, ਸਤਿਗੁਰ ਭੇਟੇ ਤਾ ਨਾਉ ਪਾਏ, ਹਉ ਮੈਂ ਮੋਹ ਚੁਕਾਇਆ। ਸਤਿਗੁਰੂ ਜੀ ਮਿਲਣ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਹਿਰਦੇ 'ਚੋਂ ਹਉਮੈ ਦਾ ਜਿਹੜਾ ਮੋਹ ਹੈ
ਉਹ ਚੁੱਕ ਜਾਂਦਾ, ਦੂਰ ਹੋ ਜਾਂਦਾ ਹੈ। ਹਰ ਜਨ ਸਾਚੇ ਸਾਚ ਕਮਾਵਹਿ, ਗੁਰ ਕੈ ਸ਼ਬਦ ਵਿਚਾਰੇ। ਹਰੀ ਦੇ ਜਨ ਸੱਚੇ ਨੇ, ਸੱਚ ਦੀ ਕਮਾਈ ਕਰਦੇ ਨੇ ਔਰ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ 'ਚ ਵਿਚਾਰਦੇ ਹਨ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰੱਖਿਆ ਉਰ ਧਾਰੇ। ਸੱਚੇ ਸਾਹਿਬ ਜੀ ਆਪ ਤਰਸ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦੇ ਹਨ। ਕਿਹਨਾਂ ਨੂੰ? ਜਿਨ੍ਹਾਂ ਨੇ ਆਪਣੇ ਹਿਰਦੇ 'ਚ ਸੱਚਾ ਨਾਮ ਧਾਰਨ ਕੀਤਾ, ਜਿਨ੍ਹਾਂ ਆਪਣੇ ਹਿਰਦੇ 'ਚ ਸੱਚ ਵਸਾਇਆ, ਉਹਨਾਂ ਨੂੰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ। ਨਾਨਕ ਨਾਵੋ ਗਤ ਮਤ ਪਾਈ, ਇਹਾ ਰਾਸ ਹਮਾਰੀ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ, ਨਾਵੋ ਗਤ ਮਤ ਪਾਈ। ਅਸੀਂ ਬਹੁਤ ਥਾਵਾਂ ਤੇ ਇਹ ਅੱਖਰ ਜਿਹੜਾ ਨਾ ਨਾਵੋ, ਕਈ ਥਾਵਾਂ ਤੇ ਨਾਵੋ, ਇਹ ਪ੍ਰਕਰਣ ਮੁਤਾਬਕ ਨਾਏ, ਨਹਾਏ, ਤੀਰਥ ਨਹਾਵਾ, ਉੱਥੇ ਅਸੀਂ ਨਾਵਾਂ ਪੋਲਾ ਪੜ੍ਹ ਜਾਂਦੇ ਹਾਂ। ਕਈ ਥਾਵਾਂ ਤੇ ਨਹਾਣ ਦਾ ਵਾਚਕ, ਇਸ਼ਨਾਨ ਦਾ ਵਾਚਕ ਹੈ, ਕਈ ਥਾਵਾਂ ਤੇ ਨਾਮ ਦਾ। ਇੱਥੇ ਨਾਮ ਦਾ ਵਾਚਕ ਹੈ। ਨਾਨਕ ਨਾਵਹੁ ਪੋਲਾ ਹੀ ਬੋਲਾਂਗੇ। ਨਾਨਕ ਨਾਵਹੁ ਗਤ ਮਤ ਪਾਈ, ਇਹਾ ਰਾਸ ਹਮਾਰੀ। ਨਾਮ ਤੋਂ ਸਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਈ ਹੈ। ਪਿੱਛੇ ਪਰਮੇਸ਼ਰ ਦੇ ਨਾਮ ਤੋਂ ਸਾਨੂੰ ਮੁਕਤੀ ਪ੍ਰਾਪਤ ਹੋਈ ਹੈ, ਗਤ ਪ੍ਰਾਪਤ ਹੋਈ ਹੈ। ਤੇ ਇਹੀ ਹਰੀ ਦਾ ਨਾਮ ਸਾਡੀ ਪੂੰਜੀ ਹੈ, ਸਾਡੀ ਰਾਸ ਹੈ। ਇਹਾ ਰਾਸ ਹਮਾਰੀ, 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 ਇਹਾ ਰਾਸ ਹਮਾਰੀ। ਇਹੀ ਸਾਡੇ ਜੀਵਨ ਦੀ ਪੂੰਜੀ ਹੈ, ਹਰੀ ਨਾਮ, ਹਰੀ ਨਾਮ। ਵਾਹਿਗੁਰੂ, ਇਹ ਸਾਡੇ ਜੀਵਨ ਦੀ ਪੂੰਜੀ ਹੈ, ਸਾਡੇ ਜੀਵਨ ਦੀ ਰਾਸ ਹੈ।